ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਨੰਬਰਦਾਰ ਮਲਕੀਤ ਸਿੰਘ ਜੀ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਸ਼ਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਸਰਦਾਰ ਜਗਦੇਵ ਸਿੰਘ, ਸੁਖਦੀਪ ਕੌਰ, ਦਵਿੰਦਰਪਾਲ ਸਿੰਘ ਆਸਟ੍ਰੇਲੀਆ, ਕਿਰਨਦੀਪ ਕੌਰ, ਪ੍ਰਭਜੋਤ ਸਿੰਘ, ਅਵਲੀਨ ਕੌਰ ਆਸਟ੍ਰੇਲੀਆ, ਸਰਦਾਰ ਹਰਚਰਨ ਸਿੰਘ, ਸਰਦਾਰਨੀ ਪਰਮਜੀਤ ਕੌਰ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਪੱਤੀ ਭਾਈ ਕੇ ਪਿੰਡ ਲੀਲਾ ਮੇਘ ਸਿੰਘ ਜਗਰਾਉਂ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਨੰਬਰਦਾਰ ਸਰਦਾਰ ਮਲਕੀਤ ਸਿੰਘ ਜੀ ਦਾ ਜਨਮ ਪਿਤਾ ਨੰਬਰਦਾਰ ਸਰਦਾਰ ਸ਼ੇਰ ਸਿੰਘ ਜੀ ਦੇ ਘਰ ਮਾਤਾ ਸਰਦਾਰਨੀ ਮੁਖਤਿਆਰ ਕੌਰ ਹੁਣਾਂ ਦੀ ਕੁੱਖੋਂ 1 ਅਪ੍ਰੈਲ 1954 ਨੂੰ ਪਿੰਡ ਲੀਲਾ ਮੇਘ ਸਿੰਘ ਜਗਰਾਉਂ ਵਿਖੇ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਉੱਚੀ ਸੋਚ ਵਾਲੇ ਅਤੇ ਪਰਮਾਤਮਾ ਨੂੰ ਮੰਨਣ ਵਾਲੀ ਸ਼ਖਸੀਅਤ ਸਨ। ਆਪ ਜੀ ਨੇ ਮੈਟ੍ਰਿਕ ਤੱਕ ਦੀ ਪੜ੍ਹਾਈ ਕੀਤੀ। ਉਪਰੰਤ ਆਪ ਜੀ ਆਪਣੇ ਪਿਤਾ ਪੁਰਖੀ ਕਿੱਤੇ ਖੇਤੀਬਾੜੀ ਵਿੱਚ ਲੱਗ ਗਏ। ਆਪ ਜੀ ਨੇ ਆਪਣੇ ਕੰਮ ਨੂੰ ਬਹੁਤ ਹੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕੀਤਾ। ਸਨ 1975 ਵਿੱਚ ਆਪ ਜੀ ਦਾ ਵਿਆਹ ਸਰਦਾਰਨੀ ਰਣਜੀਤ ਕੌਰ ਹੁਣਾਂ ਨਾਲ ਹੋਇਆ। ਵਿਆਹ ਉਪਰੰਤ ਆਪ ਜੀ ਨੇ ਆਪਣੀਆਂ ਪਰਿਵਾਰਕ ਜ਼ਿੰਮੇਦਾਰੀਆਂ ਨੂੰ ਬਾਖੂਬੀ ਨਿਭਾਇਆ। ਆਪ ਜੀ ਦੇ ਘਰ ਬੇਟੇ ਜਗਦੇਵ ਸਿੰਘ ਅਤੇ ਬੇਟੇ ਦਵਿੰਦਰਪਾਲ ਸਿੰਘ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਖੂਬ ਚੰਗੇ ਸੰਸਕਾਰ ਦਿੱਤੇ, ਪੜਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਆਪ ਜੀ ਦੇ ਬੇਟੇ ਜਗਦੇਵ ਸਿੰਘ ਜੀ ਆਪਣੇ ਪਿਤਾ ਪੁਰਖੀ ਕਿੱਤੇ ਖੇਤੀਬਾੜੀ ਨੂੰ ਸੰਭਾਲ ਰਹੇ ਹਨ ਅਤੇ ਉન્નਤ ਖੇਤੀ ਕਰ ਰਹੇ ਹਨ ਅਤੇ ਨਾਲ ਹੀ ਨਾਲ ਪਿੰਡ ਦੇ ਨੰਬਰਦਾਰ ਵੀ ਹਨ। ਜਦੋਂ ਕਿ ਆਪ ਜੀ ਦੇ ਦੂਸਰੇ ਬੇਟੇ ਦਵਿੰਦਰਪਾਲ ਸਿੰਘ ਜੀ ਆਸਟ੍ਰੇਲੀਆ ਵਿਖੇ ਪਰਿਵਾਰ ਸਮੇਤ ਸੈੱਟ ਹਨ ਅਤੇ ਉੱਥੇ ਹੀ ਕੰਮ ਕਰਕੇ ਆਪਣੇ ਪਿਤਾ ਜੀ ਦੇ ਨਾਮ ਨੂੰ ਚਾਰ ਚੰਨ ਲਗਾ ਰਹੇ ਹਨ। ਸਰਦਾਰ ਮਲਕੀਤ ਸਿੰਘ ਜੀ ਆਪਣੇ ਕੰਮ ਦੀ ਉન્નਤੀ ਲਈ ਸਨ 1976 ਵਿੱਚ ਈਰਾਨ ਵੀ ਗਏ। ਉੱਥੇ ਆਪ ਜੀ ਨੇ ਸਨ 1980 ਤੱਕ ਕੰਮ ਕੀਤਾ ਅਤੇ ਸਨ 1980 ਵਿੱਚ ਵਾਪਸ ਪਿੰਡ ਲੀਲਾ ਮੇਘ ਸਿੰਘ ਆ ਕੇ ਖੇਤੀਬਾੜੀ ਕਰਨ ਲੱਗੇ। ਇੱਥੇ ਹੀ ਆ ਕੇ ਆਪ ਜੀ ਗਰੀਬਾਂ ਅਤੇ ਦੀਨ ਦੁਖੀਆਂ ਦੀ ਮਦਦ ਕਰਦੇ ਰਹੇ। ਸਰਦਾਰ ਮਲਕੀਤ ਸਿੰਘ ਜੀ ਹੁਣਾਂ ਨੂੰ ਵਿਦੇਸ਼ ਯਾਤਰਾਵਾਂ ਕਰਨ ਦਾ ਬਹੁਤ ਸ਼ੌਕ ਸੀ। ਆਪ ਜੀ ਅਮਰੀਕਾ ਅਤੇ ਆਸਟ੍ਰੇਲੀਆ ਦੀ ਯਾਤਰਾ ਕਰ ਚੁੱਕੇ ਸਨ। ਆਪ ਜੀ ਲਗਾਤਾਰ 30 ਸਾਲ ਪਿੰਡ ਲੀਲਾ ਮੇਘ ਸਿੰਘ ਦੇ ਨੰਬਰਦਾਰ ਰਹੇ ਅਤੇ ਇਸ ਕਾਰਜਕਾਲ ਦੌਰਾਨ ਆਪ ਜੀ ਨੇ ਪਿੰਡ ਦੇ ਵਿਕਾਸ ਲਈ ਅਗਾਂਹਵਧੂ ਯਤਨ ਕੀਤੇ। ਸਰਦਾਰ ਮਲਕੀਤ ਸਿੰਘ ਜੀ ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਅੰਮ੍ਰਿਤਧਾਰੀ ਸਿੱਖ ਸਨ। ਰੋਜ਼ਾਨਾ ਗੁਰੂ ਘਰ ਜਾਣਾ, ਨਿਤਨੇਮ ਕਰਨਾ ਆਪ ਜੀ ਦੀ ਦਿਨਚਰਿਆ ਸੀ। ਆਪ ਜੀ ਗਰੀਬਾਂ ਅਤੇ ਦੀਨ ਦੁਖੀਆਂ ਦੀ ਮਦਦ ਤਨੋ ਮਨੋ ਅਤੇ ਤਨੋ ਕਰਿਆ ਕਰਦੇ ਸਨ। ਆਪ ਜੀ ਆਪਣੀ ਮਿੱਠੀ ਬਾਣੀ ਨਾਲ ਹਰ ਇੱਕ ਨੂੰ ਆਪਣੀ ਤਰਫ ਖਿੱਚ ਲੈਂਦੇ ਸਨ। ਮੌਜੂਦਾ ਸਮੇਂ ਵਿੱਚ ਆਪ ਜੀ ਦੇ ਇਨ੍ਹਾਂ ਸਾਰੇ ਸੰਸਕਾਰਾਂ ਤੇ ਆਪ ਜੀ ਦਾ ਸਮੁੱਚਾ ਪਰਿਵਾਰ ਚੱਲ ਰਿਹਾ ਹੈ। ਆਪ ਜੀ ਦਾ ਸਮੁੱਚਾ ਪਰਿਵਾਰ ਬਹੁਤ ਹੀ ਮਿਹਨਤੀ ਪਰਿਵਾਰ ਹੈ, ਮਿੱਠ ਬੋਲੜਾ ਪਰਿਵਾਰ ਹੈ ਅਤੇ ਪਰਮਾਤਮਾ ਦੇ ਭਾਣੇ ਵਿੱਚ ਰਹਿਣ ਵਾਲਾ ਪਰਿਵਾਰ ਹੈ। ਆਪ ਜੀ ਦੇ ਬੱਚੇ ਬਹੁਤ ਹੀ ਨੇਕ ਹਨ, ਸੰਸਕਾਰੀ ਹਨ ਅਤੇ ਸਮਾਜ ਵਿੱਚ ਸ਼ਲਾਘਾਯੋਗ ਸਥਾਨ ਰੱਖਦੇ ਹਨ। ਨੰਬਰਦਾਰ ਸਰਦਾਰ ਮਲਕੀਤ ਸਿੰਘ ਜੀ ਹੁਣਾਂ ਨੇ ਜਿੰਨੀ ਵੀ ਜ਼ਿੰਦਗੀ ਇਸ ਦੁਨੀਆ ਤੇ ਬਸਰ ਕੀਤੀ, ਆਪਣੀਆਂ ਅਮਿੱਟ ਯਾਦਾਂ ਛੱਡੀਆਂ ਅਤੇ ਪਰਮਾਤਮਾ ਦੇ ਘਰ ਲਈ ਰੁਖਸਤ ਹੋਏ।
मुंडा संतोख शर्म पद होगी ध्यान की करे बखूद कहते हथी काम करना ना बहुत बड़ी साड़ी मेहनत है। हथा पैरों नाल काम करना मुद्रा जड़ियां संतोख दियां बोलियां मुंडा संतोख शर्म पद होगी हथी काम करना ये साडे हाथ दे विच झोली होनी चाहिए है। ध्यान की करे बखूद कहते ध्यान जिहड़ा गुरु वाल रखना ये साडे शरीर ते भभूति बड़ी होनी चाहिए है कि सतगुरु जी साडा ध्यान आप जी दे नाल जुड़िया रहे। एक दिन इस शरीर ने स्वाह हो जाना मिट्टी हो जाना एक दिन इस शरीर ने क्योंकि जोगी बया करती सी स्वाह ते धन गुरु नानक पातशाह जी कहते मैं अपने सिखां नूं कहना तुहानूं स्वाह वालण दी लोड़ नहीं अपने पिंडे ते तुसीं इस तरह करया करो कि ध्यान ही गुरु वाल रखिया करो। इस नूं तुसीं स्वाह ही समझो कि सतगुरां दे चरनां नाल साडा मन जुड़िया रहे। एक दिन इस शरीर ने मिट्टी हो जाना किंथा काल कुआरी काया विषय विकारां तो इस शरीर नूं कुआरे रखो। जुगत डंडा प्रतीत नाम की तुहाडे कोले जुगती होनी चाहिए है। ये तुहाडे हाथ दे विच डंडा इस करके जोगियो आदेश दसे आदेश आद नील नाद नाद जुग जुग एको बेस मेरा उस परमात्मा नूं आदेश है आदेश है आदेश है जिहड़ा पहला भी सी हुण भी है ते अगे भी होवेगा। ਉਹਦਾ ਇੱਕੋ ਹੀ ਰੂਪ ਹੈ ਇੱਕੋ ਹੀ ਆਕਾਰ ਹੈ ਬਾਰ-ਬਾਰ ਦੁਨੀਆ ਵਿੱਚ ਨਹੀਂ ਹੁੰਦਾ। ਤੇ ਸਤਿਗੁਰੂ ਜੀ ਕਹਿੰਦੇ ਤੁਸੀਂ ਆਪਣਾ ਮਨ ਜਿੱਤ ਲਓ ਸਾਰਾ ਜਾਗੀ ਜਿੱਤ ਲਓ। ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਕਹਿੰਦੇ ਸ਼੍ਰਵਣ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ। ਕੰਨਾਂ ਦੇ ਨਾਲ ਬਾਣੀ ਸੁਣੋ ਰਸਨਾ ਦੇ ਨਾਲ ਬਾਣੀ ਨੂੰ ਗਾਓ। ਸ਼੍ਰਵਣ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ। ਕਰਨਾ ਕੀ ਹੈ ਅਗਲੀ ਪੰਕਤੀ ਵਿੱਚ ਸਤਿਗੁਰੂ ਜੀ ਕਹਿੰਦੇ ਕਾਰ ਸਾਧ ਸੰਗਤ ਸਿਮਰ ਮਾਰੋ। ਭਾਵੇਂ ਅੱਜ ਆਪਾਂ ਜਥੇਦਾਰ ਸਰਦਾਰ ਮਲਕੀਤ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਜੁੜੇ ਆ ਨੰਬਰਦਾਰ ਮਲਕੀਤ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਆਪਾਂ ਜੁੜੇ ਆ। ਫੋਟੋ ਤੋਂ ਦੇਖ ਕੇ ਲੱਗਦਾ ਵੀ ਬਹੁਤ ਸਤਿਗੁਰਾਂ ਦੀ ਕਿਰਪਾ ਇਹਨਾਂ ਦੀ ਬੜੀ ਰਹਿਮਤ ਹੈ। ਫੋਟੋ ਤੇ ਵੀ ਪੂਰੀ ਚੜ੍ਹਦੀ ਕਲਾ ਵਾਲੇ ਸਿੰਘ ਆ ਤੇ ਸਤਿਗੁਰੂ ਜੀ ਦੀ ਬਖਸ਼ਿਸ਼ ਲੱਗਦੀ ਹੈ ਇਹਨਾਂ ਤੇ ਬਹੁਤ ਜ਼ਿਆਦੇ ਤੇ ਸਾਧ ਸੰਗਤ ਬਹੁਤ ਸਾਰੇ ਲੋਕ ਇਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਜੁੜਨ ਵਾਸਤੇ ਪਹੁੰਚ ਰਹੇ ਹੈ। ਸੋ ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਆਪਾਂ ਅਰਦਾਸ ਕਰਨੀ ਹੈ ਸਤਿਗੁਰੂ ਜੀ ਕਿਰਪਾ ਕਰਿਓ। ਜਾਣੀ ਅਣਜਾਣੀ ਸੰਸਾਰ ਦੇ ਵਿੱਚ ਵਿਚਰਦਿਆਂ ਕੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਿਓ। ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਿਓ। ਪਿੱਛੇ ਪਰਿਵਾਰ ਨੂੰ ਸਾਥ ਸੰਬੰਧੀਆਂ ਨੂੰ ਬੱਚਿਆਂ ਨੂੰ ਭਾਣਾ ਦਾ ਵੱਲ ਬਖਸ਼ਿਸ਼ ਕਰਿਓ। ਸੋ ਸਤਿਗੁਰੂ ਜੀ ਕਹਿੰਦੇ ਨੇ ਕਾ ਸਾਧ ਸੰਗਤ ਸਿਮਰ ਮਾਧ ਹੋਏ ਬਾਤ ਤਕਲੀਫ ਕਹਿੰਦੇ ਜਦ ਅਸੀਂ ਸਾਧ ਸੰਗਤ ਕਰਦੇ ਹਾਂ ਨਾ ਜਿਹੜੇ ਪਾਪੀ ਹੁੰਦੇ ਆ ਪਾਪੀ ਵੀ ਪਵਿੱਤਰ ਹੋ ਜਾਂਦੇ ਆ। ਉਹੀ ਬਾਤ ਤਕਲੀਫ ਕਾਂ ਪਿਆਰ ਨੇ ਕਰਿਓ ਡੋਰੀ ਮੁਖ ਬਸਾਰੀ ਮੀਤ ਕਹਿੰਦੇ ਕਾਲ ਨੇ ਪਤਾ ਨਹੀਂ ਤੈਨੂੰ ਕਦੋਂ ਢੱਕ ਮਾਰ ਦੇਣੀ। ਇਸ ਕਰਕੇ ਪ੍ਰਮਾਤਮਾ ਤੋਂ ਤੂੰ ਮੁਖ ਨਾ ਮੋੜਿਆ ਕਰ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜਿਆ ਕਰ। ਕਾਹੇ ਨਾਨਕ ਰਾਮ ਭਜ ਲੈ ਜਾਤ ਉਸ ਗੀਤ ਉਸ ਪ੍ਰਮਾਤਮਾ ਦੇ ਪਾਵਨ ਚਰਨਾਂ ਦੇ ਨਾਲ ਜੁੜ ਤਾਂ ਕਿ ਤੇਰਾ ਸੰਸਾਰ ਦੇ ਵਿੱਚ ਆਉਣਾ ਸਫਲ ਹੋ ਜਾਵੇ। ਇਹੀ ਗੱਲ ਸਾਨੂੰ ਯਾਦ ਨਾ ਰਹਿ ਜਾਵੇ ਵੀ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ। ਖਾਣਾ ਪੀਣਾ ਹੱਸਣਾ ਇਹ ਸਭ ਕੁਝ ਸਾਨੂੰ ਯਾਦ ਰਹਿ ਜਾਵੇ ਮਰਨਾ ਮਨ ਨੂੰ ਵਿਸਾਰ ਦਈਏ। ਸੋ ਆਪਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਭਗਤ ਫਰੀਦ ਜੀ ਦੇ ਪਾਵਨ ਬਚਨ ਪੜ੍ਹਦੇ ਹਾਂ। ਫਰੀਦਾ ਦਰਿਆਵੇ ਕੰਢੇ ਵਗਲਾ ਬੈਠਾ ਕੇਲ ਕਰੀ ਕੇਲ ਕਰੇਂਦੇ ਹਨ ਨੂੰ ਚਿੰਤੇ ਬਾਜ ਪਈ
बाज पे शराब दी खेला मिस्त्रियां जो मन जितना चेते सन सुगाली जागतियां और शब्द दे नाल पढ़ती हैं खेल करेंगे अंजनो अचिंते बाज पए खेल करेंगे अंजनो अचिंते बाज पए अचिंते बाज पए अचिंते बाज पए अचिंते बाज पए
शहीदा दुरियावे कन्ने बगला बैठा खेल करे खेल करेंदे हंज मो अजंदे बाज पए अजंदे बाज पए अजंदे बाज पए खेल करेंदे हंज नो अजंदे बाज पए खेल करेंदे हंज नो अजंदे बाज पए साडे जमाए देवरी चले पानी आत आयो बंदा दुनीद च बाते सोई बन मर्द मात जाया बसी साबत बाजे बन इना प्यारियां आईयां अगे जता बन अगे जता
पावन वचन जो अमृत वेले ना कोई गुरु के वजीर मिठी आवाज के इस लोग पढ़ते हैं ना, बहुत सारे लोग अपने मन से ढालते हैं भी मना एक दिन साडा भी ये हाल होगा। भगत फरीद जी ने इस शरीर में किसी ढिल भी नहीं दसिया। पिता मौजे का बन्ना इवें जिसने ज्यों दरिया चाहा अगे दो दिख तप्या सुनिए मूर्ख वे कहा एक नाम सोची आई एक फिरती बेप्रवाह अमर जे कीतियां दुनी विच सेधा गयोगा। इत्थे भगत फरीद जी ने इस शरीर को ढिल भी नहीं दसिया कि जिस तरह ढिल ढिल पैंदी है ना वो फिर किसी काम नहीं आती, दरिया के विच ही रुड़ जाती है। किसी को पानी का बुत आख्या गया जैसे जल के बुत का उपजे बिन से नीत जग रचना तैसे रची कहो नानक सोनी। किसी को मिट्टी की न्याय आख्या गया। सतगुरु जी कहते ने आप कोई शब्द श्रवण किया प्रीता दरिया के कंढे बगला बैठा केल करी केल करेंगे हंज नूं चिंते बाज पे बाज पे तिस रब दे केला मिस्त्रियां जो मन चितना जीते सन सो गाली रखदियां। क्योंकि मौत एक अटल सच्चाई है, मानना सच है, जिउना झूठ है। सानू कोई पता नहीं कितने साड़ी मौत होनी है, किहड़ा भाना वापरना, किहड़ी जगह होनी है, क्या जाना कि मरेंगे, कैसा मरना हुए। पर सतगुरु जी कहते जेकर सहब मनो ना विसरे तो सहला मरना हुए। ये परमात्मा का नाम मनो ना विसरे तो मौत सुखाई होती है, गुरमुखा वाली मौत होती है। ये भगत जी कहते फरीदा दरियावे कंढे बगला बैठा केल करेंगे हंज नूं चिंते बाज पे जिस रब दे केला मिस्त्रियां जो मन चितना चेते सन सो गाली रखदियां। सानू पता भी नहीं हुंदा कदों की गल हो जानी है। सो आओ भाई दासरियां दा कीर्तन समा समाप्त है। गुरबाणी के कीर्तन करदियां विचार करदियां थोड़ा भुलां दी खिमा आप सब संगतां नूं पता ही है भी बहुत सारे समाज बहुत सारे प्रोग्राम इतने करीदे है। दासरियां दा नगरापन के नाल गुआढ़ी है रामगढ़ भुल्लर तो आदियां भरदियां सेवा करदियां थोड़ा भुलां दी खिमा आओ बुलाओ बच्चे अगले जत्थे तो आपां रामली गुरबाणी के कीर्तन द्वारा गुरु शब्द के नाल आपां जुड़दे हां। भुला चुका दी खिमा जी। वाहिगुरू जी का खालसा वाहिगुरू जी की फतेह। सारे रसना पवित्र करो आखो जी वाहिगुरू जी का खालसा वाहिगुरू जी की फतेह। संसार दे विच जो जीव आया है उन्हें संसार दे विच एक दिन जाना। बाणी का वचन है सबना सोहरे बचना सब बुलावण हार। भाई जो आया सो चल सी सब कोई आई बारी। जदों जदों किसी का समा संसार को जानता आ जाता ते कोई संसार तो किसी कारण वस्त भाव बहाना बनता है ते साडे तो वो जीव विछड़ जाता है। गुरु साहब जी ने बाणी के अंदर वचन कीता है बहती जात कदे दृष्ट न धारत। सतगुरु जी कहते थे मनुख हे प्राणी बहती जात कदे दृष्ट न धारत। कहते तू अपनी उम्र जड़ी ते जिवें साध संगत जी नदियां दा बहण बहता वो चल रहा है बह जाता है ज्यों ज्यों पानी लंघी जाता है अगे पूछ करी जाता है। ते इसे तरह साडा जीवन जिहड़ा ये भी पानी की तरह लंघ रहा है। जिहड़ा पानी पीना पुला थलों ही लंघ जाए मुड़ के नहीं आता। जिहड़े मनुख सवास वैल ते कदे दुबारा प्राप्त नहीं होंदे नवें सतगुरु जी कहते ने तेरी उम्र पानी के बहण की तरह लंघ रही बहती जात पर जा रही है तेरी उम्र। कदे दृष्ट ना धारत। दृष्ट नाम दृष्टि का
कहिए निगाह दा भाव तू कदे ये नहीं देखदा मेरी उम्र कितनी लंघ गई है। जिथे आखो सतनाम श्री वाहिगुरू। बहती जात कदे दृष्ट ना भारत कदे इते दृष्टि नहीं पाउंदा भाव तू विचार नहीं कर। मिथ्या मोह बंदा विच भारत कहते तू मिथ्या पर मोह के अंदर संबंधां के अंदर इतना जुड़ गया ते अपने जीवन की कदे तू विचार नहीं कर। माधवे भज दिन नित रहनी कहते जेड़ा माया का पति जी के आसरे माया है क्योंकि माया नूं जे किसी का आसरा तक खड़ी माया नूं आसरा है। आ सारा संसार माया स्वरूप है। ਇਹਦੇ ਵਿੱਚ ਜਿੰਨੇ ਸੰਬੰਧ ਨੇ ਵੀ ਮਾਇਆ स्वरूप। माधवे भज दिन नित रहनी तू ਉਹ ਜਿਹੜਾ ਮਾਇਆ ਦਾ ਆਸਰਾ प्रभु परमेश्वर वाहिगुरू है। कहते ਉਹਨੂੰ क्यों नहीं याद करता भज दिन नित रहनी तू रोज ਉਹਨੂੰ नित क्यों नहीं याद करता विसार क्यों दिता है। माधवे भज दिन नित रहनी जन्म पदार्थ जीत हर सरणी। जे तू जन्म रूपी पदार्थ को जितना चाहना तो तेन उस परमेश्वर के चरणों नाल जुड़ना पवेगा। जिके आखो सतनाम श्री वाहिगुरू। सो आओ इस करके साध संगत जी सतगुरु जी सानू जगा रहे कि तू अपने जीवन पल तक ਵੱਖ-ਵੱਖ ਥਾਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਅੰਮ੍ਰਿਤ ਬਾਣੀ ਸਾਨੂੰ ਉਪਦੇਸ਼ ਕਰਦੀ ਹੈ। ਔਰ ਘਟੈ ਦਿਨ ਸੁਰੈਣਾ ਦੇ ਮਨ ਗੁਰਮਿਲ ਕਾਜ ਸਮਾਰੇ। ਕਹਿੰਦੇ ਤੇਰੀ ਰੋਜ਼ ਹੀ ਘਟਦੀ ਹੈ ਤੇ ਘਟਦੀ ਹੋ ਜਾਂਦੀ। ਸੋ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਦਾ ਵੀ ਵਚਨ ਹੈ ਨਾ जाननी जानत सुख बड़ा होत है इतना गना जानत जे दिन दिन अवध घटत। कहते पैदा करने वाली मां बच्चा बड़ा होवे ते सोचती बड़ा हो गया पर नहीं वो ये नहीं जानती इतना गुना जानत जे दिन दिन अवध घटत है। जिमें जिमें बड़ा होता है ਇਹਦੀ ਤੇ ਉਮਰ ਘਟ ਰਹੀ ਹੈ। ਜਿਵੇਂ ਆਖੋ ਸਤਨਾਮ। ਉਹ ਨਿਤ ਨਿਤ ਘਟਦੀ ਜਾਵੇ ਔਰ ਪਰਾਣੀ ਸਦਾ ਘਟਦੀ ਜਾਵੇ ਔਰ ਪਰਾਣੀ ਘਟਦੀ ਜਾਵੇ ਔਰ ਪਰਾਣੀ
ਸ਼ਿਨ ਸ਼ਿਨ ਔਰ ਬਿਹਾਰ, ਇਹਦੀ ਤਾਂ ਇੱਕ ਇੱਕ ਸ਼ਿਨ ਕਰਕੇ ਉਮਰ ਜਿਹੜੀ ਹੈ ਉਹ ਬਤੀਤ ਹੋ ਰਹੀ ਹੈ, ਲੰਘਦੀ ਜਾ ਰਹੀ ਹੈ। ਤੇ ਸਾਧ ਸੰਗਤ ਜੀ, ਸ਼ਿਨ ਸ਼ਿਨ ਔਰ ਬਿਹਾਰ ਹੈ ਤੇ ਕਿਵੇਂ ਲੰਘਦੀ, ਕਹਿੰਦੇ ਉੱਤੇ ਘਟ ਜਿਉਂ ਪਾਉਂਦੀ। ਜਿਵੇਂ ਕਿਸੇ ਘੜੇ ਵਿੱਚ ਤੇੜ ਆਈ, ਉਹਦਾ ਪਾਣੀ ਬੂੰਦ ਬੂੰਦ ਕਰਕੇ ਗਿਰਦਾ ਜਾਂਦਾ ਹੈ ਤੇ ਖਾਲੀ ਹੋ ਜਾਂਦਾ ਇੱਕ ਦਿਨ, ਇੱਕ ਸਮੇਂ ਤੇ। ਭਾਈ ਸਵਾਸਾਂ ਦੀ ਤੇੜ ਹੈ ਜੀਵਨ ਰੂਪੀ ਘੜੇ ਦੇ ਅੰਦਰ। ਇੱਕ ਇੱਕ ਸਵਾਸ ਬਾਹਰ ਨਿਕਲਦਾ ਜਾਂਦਾ ਹੈ ਤੇ ਇੱਕ ਦਿਨ ਸਵਾਸਾਂ ਤੋਂ ਇਹ ਸਰੀਰ ਰੂਪੀ ਘੜਾ ਖਾਲੀ ਹੋ ਜਾਂਦਾ ਹੈ। ਤੇ ਬਾਬਾ ਫਰੀਦ ਸਾਹਿਬ ਬੜਾ ਸੁੰਦਰ ਦ੍ਰਿਸ਼ਟਾਂਤ ਸਾਡੇ ਸਾਹਮਣੇ ਰੱਖਦੇ, ਉਦਾਹਰਨ ਬਗਲੇ ਦੀ ਦਿੰਦੇ ਹਨ। ਬਾਬਾ ਫਰੀਦ ਸਾਹਿਬ ਕਿਸੇ ਦਰਿਆ, ਕਿਸੇ ਨਦੀ ਦੇ ਕਿਨਾਰੇ ਤੁਰੇ ਜਾ ਰਹੇ ਸਨ। ਇੱਕ ਬਗਲੇ ਤੇ ਆਪ ਜੀ ਦੀ ਨਿਗਾਹ ਪਈ। ਹੁਣ ਜਿਹੜਾ ਬਗਲਾ ਹੈ, ਬਗਲ ਸਮਾਧੀ ਦਾ ਜ਼ਿਕਰ ਵੀ ਹੈ ਗ੍ਰੰਥਾਂ ਵਿੱਚ, ਬਾਣੀ ਵਿੱਚ ਵੀ, ਕਿ ਭਾਈ ਸਮਾਧੀ ਏਦਾਂ ਹੀ ਨਾ ਹੋਵੇ ਜਿਵੇਂ ਬਗਲੇ ਦੀ। ਵੈਸੇ ਸਮਾਧੀਆਂ ਦੋ ਦੱਸੀਆਂ ਨੇ, ਇੱਕ ਸਾਵਿਕਲਪ ਸਮਾਧੀ, ਇੱਕ ਵਿਕਲਪ ਸਮਾਧੀ। ਭਾਵ ਕਿ ਇੱਕ ਉਹ ਸਮਾਧੀ ਜਿਹਦੇ ਵਿੱਚ ਫੁਰਨੇ ਖਤਮ ਹੋ ਜਾਂਦੇ, ਇੱਕ ਉਹ ਸਮਾਧੀ ਜਿਹਦੇ ਵਿੱਚ ਸੰਕਲਪ ਬਣੇ ਰਹਿੰਦੇ ਨੇ, ਫੁਰਨੇ ਬਣੇ ਰਹਿੰਦੇ ਨੇ। ਕਾਜੀ ਕੇ ਇਹਨੂੰ ਚਾਹੇ ਕਈ ਰੂਪਾਂ ਚ ਵਰਣਨ ਕੀਤਾ ਤੇ ਸਾਧ ਸੰਗਤ ਜੀ, ਪਰ ਗੁਰਦੇਵ ਨੇ ਕਿਹਾ ਜੋ ਤੂੰ ਅੰਦਰੋਂ ਹੋਵੇਂ ਕੋਈ ਬਾਹਰੋਂ ਹੋਵੇਂ, ਜੋ ਤੂੰ ਬਾਹਰੋਂ ਹੋਵੇਂ ਤੇ ਕੋਈ ਅੰਦਰੋਂ ਹੋਵੇ। ਕਾਜੀ ਕੇ ਇਸ ਦੇ ਵਾਸਤੇ ਉਦਾਹਰਨਾਂ ਦਿੱਤੀਆਂ ਨੇ। ਮੂੰਹ ਕੇ ਬੈਠਨੇ ਉਹ ਵਕਤ ਧਿਆਨ ਲਗਾਇਓ, ਨਾਥ ਕਰਿਓ ਲੀਏ ਸਾਹ ਸਮੁੰਦਰ ਕੋ ਲੋਕ ਗਇਓ ਪਰ ਲੋਕ ਗਵਾਇਓ। ਜੇ ਬਗਲੇ ਵਰਗੀ ਸਮਾਧੀ ਹੋਈ, ਤੇਰਾ ਲੋਕ ਵੀ ਜਾਊਗਾ, ਤੇਰਾ ਪਰਲੋਕ ਵੀ ਜਾਊਗਾ। ਹੁਣ ਬਗਲਾ ਬੈਠਾ ਤਾਂ ਇਸ ਤਰ੍ਹਾਂ ਸੀ ਜਿਵੇਂ ਸਮਾਧੀ ਹੁੰਦੀ ਹੈ, ਤੇ ਬਦਨ ਵੀ ਚਿੱਟਾ ਉਸਦਾ, ਤਕਰੀਬਨ ਉਹਦੀ ਵੇਸ਼ਭੂਸ਼ਾ ਜਿਹੜੀ ਹੈ ਸਾਰੀ ਹੰਸ ਦੇ ਨਾਲ ਮਿਲਦੀ ਜੁਲਦੀ ਹੈ। ਬਸ ਜੇ ਫਰਕ ਹੈ ਤੇ ਉਹਦੇ ਭੋਜਨ ਵਿੱਚ ਤੇ ਉਹਦੀ ਚੁੱਭ ਵਿੱਚ ਫਰਕ ਹੈਗਾ। ਦੇਖਿਆ ਜਿਹੜਾ ਗੁਣ ਹੰਸ ਦੀ ਚੁੱਭ ਵਿੱਚ ਆ, ਉਹ ਅਗਲੇ ਦੀ ਚੁੱਭ ਵਿੱਚ ਨਹੀਂ। ਸਰੀਰ ਸਤਿਪੁਰਸ਼ਾਂ ਦਾ ਵੀ ਤੁਹਾਡੇ ਗੁਆਂਢ ਵਿੱਚ ਪੂਰਨ ਮਹਾਂਪੁਰਖ ਹੋਏ, ਕੌਮ ਲਈ ਕੁਰਬਾਨੀਆਂ ਦੀ, ਕਿੰਨਾ ਬਾਣੀ ਦਾ ਰਸ ਸੀ ਉਹਨਾਂ ਦਾ ਜੀਵਨ ਪੜ੍ਹੋ। ਵੱਡੇ ਵੱਡੇ ਵਿਦਵਾਨਾਂ ਨੇ ਉਹਨਾਂ ਦੇ ਜੀਵਨ ਦੀਆਂ ਘਟਨਾਵਾਂ ਨੂੰ ਆਪਣੇ ਵਿੱਚ ਦਰਜ ਕੀਤਾ। ਸੰਤ ਮਗਰ ਸਿੰਘ ਜੀ ਮਾਨ ਨਜ਼ਦੀਕੀ ਹੈ ਪਿੰਡ ਤੁਹਾਡਾ, ਤੇ ਜਦੋਂ ਉਸ ਪਿੰਡ ਵਿੱਚ ਦੀ ਲੰਘੇ ਕੁਝ ਕਾਰਨ ਕਰਕੇ ਤੇ ਯਾਦ ਆ ਗਿਆ ਕਿੰਨਾ ਧਿਆਨ ਸੀ ਬਾਣੀ। ਇਹ ਉਹ ਮਹਾਂਪੁਰਖ ਸਨ ਜਿਨ੍ਹਾਂ ਦੀ ਸਮਾਧੀ ਵਿੱਚ ਕੋਈ ਸੰਕਲਪ ਨਹੀਂ ਸੀ, ਜਿਨ੍ਹਾਂ ਨੇ ਆਪਣੇ ਆਪ ਨੂੰ ਉਹਦੇ ਵਿੱਚ ਲਾ ਕੇ ਪਰਮੇਸ਼ਰ ਵਿੱਚ ਉਹਦੇ ਵਿੱਚ ਲਾਇਕਾ ਕਰਦੇ ਸੀਗਾ। ਸਾਧ ਸੰਗਤ ਜੀ, ਬਗਲਾ ਆਪਣੇ ਧਿਆਨ ਵਿੱਚ ਸੀ। ਬਾਬਾ ਫਰੀਦ ਤੱਕਦੇ ਜਿਉਂ-ਜਿਉਂ ਸਿਮਰਨ ਦੀ ਵਾਸਤਾ ਵੱਧਦੀ ਹੈ, ਤਿਉਂ-ਤਿਉਂ ਵਿਚਾਰ ਬੜੀ ਬਰੀਕ ਹੁੰਦੀ ਜਾਂਦੀ। ਬਹੁਤ ਸੂਖਮ ਵਿਚਾਰ ਸਿਮਰਨ ਬਾਣੀ ਪੜ੍ਹਨ ਵਾਲੇ ਦੀ ਹੋ ਜਾਂਦੀ ਹੈ।
ਹੁੰਦਾ ਹੈ। ਤੇ ਸਾਧ ਸੰਗਤ ਜੀ, ਪਰ ਜਦੋਂ ਉਹਦੇ ਅੱਗੇ ਮੱਛੀ ਆਉਂਦੀ, ਡੱਡੀ ਆਉਂਦੀ, ਤਾਂ ਉਹਦੀ ਸਮਾਧੀ ਕਿਤੇ, ਉਹਦਾ ਧਿਆਨ ਕਿਤੇ ਹੋਰ ਹੀ ਚਲਾ ਜਾਂਦਾ ਹੈਗਾ ਜਿੱਥੇ ਆਪ ਨੂੰ ਮੱਛੀ ਪਕੜੀ ਉਹਦੇ ਨਾਲ ਚੋਟ ਕਰਦਾ, ਕਦੇ ਛੱਡਦਾ, ਕਦੇ ਚੂੰਗਦਾ, ਕਦੇ ਪੁੱਛਦਾ, ਆਪਣੀ ਚੁੰਝ ਦੇ ਨਾਲ ਖੇਡਾਂ ਦੀਆਂ ਕਰਦੇ। ਬਾਬਾ ਫਰੀਦ ਸਾਹਿਬ ਨੇ ਜਦੋਂ ਇਹ ਦ੍ਰਿਸ਼ਟਾਂਤ ਰੱਖਿਆ ਤੇ ਉਹਨਾਂ ਨੇ ਬਗਲੇ ਦੀ ਧਾਰਨ ਦੇ ਕੇ ਬਚਨ ਕਹੇ, ਆਪ ਹੀ ਪੜ੍ਹਦੇ ਹੋ, ਫਰੀਦਾ ਦਰਿਆ ਹੈ ਕੰਨਾ ਹੈ ਬਗਲ, ਕਹਿੰਦੇ ਜਿਵੇਂ ਦਰਿਆ ਦੇ ਕਿਨਾਰੇ ਤੇ ਬਹਿ ਕੇ ਬਗਲਾ ਚੋਜ ਕਰਦਾ ਹੈ, ਤੇ ਸਾਧ ਸੰਗਤ ਜੀ ਚੋਜ ਕਰਦਿਆਂ ਕਰਦਿਆਂ ਕੀ ਭਾਣਾ ਵਰਤਿਆ, ਦਰਿਆ ਹੈ ਕੰਨਾ ਬਗਲਾ ਬੈਠਾ ਖੇਲ ਕਰੇ। ਬਾਬਾ ਜੀ ਤੱਕ ਰਹੇ ਸਭ, ਜਦ ਨੂੰ ਕਿਤੇ ਬਾਜ ਆਇਆ ਤੇ ਬਗਲੇ ਨੂੰ ਚੁੱਕ ਲਿਆ, ਮੱਛੀ ਦੇ ਸਿਰ ਦੀ ਭਾਵ ਬਗਲਾ ਮੱਛੀ ਦਾ, ਡੱਡੀ ਦਾ ਅੰਤ ਕਰਨਾ ਚਾਹੁੰਦਾ ਹੈ, ਭੋਜਨ ਬਣਾਉਣਾ ਚਾਹੁੰਦਾ ਹੈ, ਪਰ ਭੋਜਨ ਬਣ ਗਿਆ ਬਗਲੇ ਦਾ ਤੇ ਬਾਜ ਲੈ ਗਿਆ। ਕਹਿੰਦੇ ਅਚਿੰਤੇ ਬਾਜ ਪਏ, ਤੇ ਫਿਰ ਇਹ ਉਦਾਹਰਨ ਦੇਣ ਤੋਂ ਬਾਅਦ ਕਹਿੰਦੇ ਇਹ ਮਨੁੱਖ, ਇਹ ਪ੍ਰਾਣਧਾਰੀ ਜੀਵ, ਕਹਿੰਦੇ ਜਿਵੇਂ ਬਗਲੇ ਦੀ ਕਹਾਣੀ ਹੈ, ਕਹਾਣੀ ਤੇਰੀ ਵੀ ਇਸੇ ਤਰ੍ਹਾਂ ਦੀ ਹੈਗਾ। ਜਿੱਥੇ ਰੱਬ ਨੂੰ ਸਤਨਾਮ ਬਾਜ ਪਏ ਸਰਬ ਨੇ, ਉਹ ਬਗਲਾ ਦਰਿਆ ਤੇ ਕਿਨਾਰੇ ਤੇ ਬਹਿ ਕੇ ਚੋਜ ਕਰਦਾ ਮੱਛੀ ਨੂੰ ਪਕੜ ਕੇ, ਤੂੰ ਸੰਸਾਰ ਰੂਪੀ ਦਰਿਆ ਦੇ ਕਿਨਾਰੇ ਤੇ ਬਹਿ ਕੇ ਚੋਜ ਕਰਦਾ, ਵਾਕਈ ਮਨੁੱਖ ਕਰਦਾ। ਤੇ ਸਾਧ ਸੰਗਤ ਜੀ, ਕਿੰਨੇ ਚੋਜ ਮਨੁੱਖ ਕਰਦਾ। ਬਾਣੀ ਚ ਉਦਾਹਰਣਾਂ ਬਹੁਤ ਪ੍ਰਪੰਚ ਕਰ ਪਰ ਤਨ ਲਿਆਵੇ, ਸੁਧ ਦਾਰਾ ਬਹਿ ਆਨ ਲਟਾ, ਮਨ ਮੇਰੇ ਭੁੱਲੇ ਕਪਟ ਨ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ, ਛਿਨ ਛਿਨ ਤਨ ਸੀਜੈ, ਜਰਾ ਜਨਾਵੈ, ਤਬ ਤੇਰੀ ਹੋਰ ਕੋਈ ਬਾਨੀਓ ਨਾ ਪਾਵੈ, ਕਹਿ ਤਕਬੀਰ ਕੋਈ ਨਹੀਂ ਤੇਰਾ, ਹਿਰਦੈ ਰਾਮ ਕੀ ਨਾਮ ਜਪੈ ਸਵੇਰਾ। ਤੇ ਕਦੇ ਨਾਮ ਜਪਿਆ ਉਹਦਾ ਬੰਦ ਕੀਤੀ। ਇੱਕ ਸਵੇਰਾ ਅੰਮ੍ਰਿਤ ਵੇਲਾ 24 ਘੰਟਿਆਂ ਵਿੱਚੋਂ 8 ਪਹਿਰਾਂ ਵਿੱਚੋਂ ਸਭ ਜਾਣਦੇ ਹੋ ਅੰਮ੍ਰਿਤ ਵੇਲਾ ਸੱਚ। ਇੱਕ ਜ਼ਿੰਦਗੀ ਦਾ ਸਵੇਰਾ ਜਿਹੜਾ ਬਚਪਨ ਤੇ ਦੁਪਹਿਰ ਜ਼ਿੰਦਗੀ ਦੀ ਜਵਾਨੀ ਤੇ ਬੜੇਪਾ ਜ਼ਿੰਦਗੀ ਦਾ ਦਿਨ ਛੇਪਣੇਗਾ ਜਿੱਥੇ ਆਪੋ ਸਤਨਾਮ ਹਿਰਦੈ ਰਾਮ ਕੀ ਨਾਮ ਜਪੈ ਸਵੇਰਾ। ਕੀ ਕਦੇ ਜਾਂ ਫਿਰ ਇਹ ਜ਼ਿੰਦਗੀ ਰੂਪੀ ਸਵੇਰਾ ਮਨੁੱਖ ਧਰਮ ਦੇ ਵਿੱਚ ਆ ਕੇ ਕਹਿੰਦੇ ਨਾਮ ਜਪਿਆ, ਇਹ ਤਾਂ ਨਾਮ ਜਪਣ ਦਾ ਵੇਲਾ ਹੈ। ਤੇ ਰਾਮਾਨੰਦ ਜੀ ਨੇ ਕਬੀਰ ਨੂੰ ਕਿਹਾ ਸੀ ਨਾ, ਜਦੋਂ ਡੱਡੀ ਵਿੱਚ ਪੈ ਗਿਆ ਸੀ, ਰਾਮ ਕੇ ਨਾਮ ਕੋ, ਇਹ ਸੌਣ ਦਾ ਵੇਲਾ ਨਹੀਂ, ਇਹ ਨਾਮ ਜਪਣ ਦਾ ਵੇਲਾ ਗਾ। ਲਿਖੇ ਆਪੋ ਸਤਨਾਮ। ਆ ਜਿਹੜੀ ਜ਼ਿੰਦਗੀ ਆ ਬਚਪਨ ਤੋਂ ਲੈ ਕੇ, ਜਨਮ ਤੋਂ ਲੈ ਕੇ ਅੰਤ ਤੱਕ, ਤੇ ਆਪ ਹੀ ਬੇਨਤੀ ਕੀਤੀ ਹੈ, ਦੁਨੀਆ ਕਹਿੰਦੇ ਹੋ। ਤੇ ਸਾਧ ਸੰਗਤ ਜੀ, ਦੁਨੀਆ ਦਾ ਅਰਥ ਕੀ ਹੈ? ਦੁਨੀਆ ਜਿਹਦੀਆਂ ਦੋ ਨਹੀਂ ਆਉਂਦੇ, ਬਾਕੀ ਮਕਾਨ ਦੀਆਂ ਤਾਂ ਪਤਾ ਨਹੀਂ ਕਿੰਨੀਆਂ ਨਹੀਂ ਆਉਂਦੇ, ਪਰ ਦੁਨੀਆ ਦੀਆਂ ਦੋ ਨਹੀਂ ਆਉਂਦੇ ਗੁਰਮੁਖੋ। ਇੱਕ ਨੀਂਹ ਹੈ ਤੇਰੇ ਜਨਮ ਦੀ, ਦੂਜੀ ਨੀਂਹ ਹੈ ਤੇਰੀ ਮੌਤ ਦੀ, ਤੇਰੇ ਮਰਨ ਦੀ। ਗੱਜ ਕੇ ਸਤਨਾਮ। ਬਸ ਆ ਦੋ ਨੀਹਾਂ ਦੇ ਵਿੱਚ ਤੇਰੇ ਜੀਵਨ ਦੀ ਕਹਾਣੀ ਹੈ, ਤੇ ਦੋ ਨੀਹਾਂ ਦੇ ਵਿੱਚ ਭਾਵ ਦੁਨੀਆ ਦੇ ਵਿੱਚ ਦੁਨੀਆ ਸੇਵ ਕਮਾਈ ਹੈ। ਜੇ ਦੁਨੀਆ ਵਿੱਚ ਸੇਵਾ ਕਮਾਈ ਹੈ ਕੀਤੀ ਹੈ, ਤਾਂ ਫਿਰ ਦਰਗਾਹ ਬੈਸਣ ਪਾਈ, ਤੈਨੂੰ ਦਰਗਾਹ ਵਿੱਚ ਤਾਂ ਹੀ ਥਾਂ ਮਿਲੇਗਾ। ਗੱਜ ਕੇ ਸਤਨਾਮ। ਜੇ ਸੇਵਾ ਨਹੀਂ ਕੀਤੀ, ਸਿਮਰਨ ਨਹੀਂ ਕੀਤਾ, ਤਾਂ ਸੱਚੀ ਦਰਗਾਹ ਵਿੱਚ ਥਾਂ ਨਹੀਂ ਮਿਲੇਗਾ। ਆਓ ਗੁਰਮੁਖੋ, ਇਸ ਕਰਕੇ ਇਸ ਸੰਸਾਰ ਦੀ ਇਹ ਹਾਲਤ ਹੈ ਵਿੱਚ ਰਹਿ ਕੇ ਕਹਿੰਦੇ ਨਾਮ ਜਪਿਆ, ਬਣਜ ਕੀਤਾ। ਜਿਸ ਵਕਤ ਕੋ ਲੈਣ ਤੂੰ ਆਇਆ, ਜਿਹਨੂੰ ਲੈਣ ਵਾਸਤੇ ਆਇਆ, ਉਹ ਕੀਤੀ ਬੰਦ ਕੀਤਾ, ਗੁਰੂ ਨਾਲ ਜੁੜਿਆ, ਗੁਰੂ ਵਾਲਾ ਪੜਿਆ।
क्योंकि गुरबिन घोर अंधार गुरु बिन शब्द न पाया। याद रखी शरीर रूपी एक केले ने डिग जाना है कदे ते शरीर मिले कोई तो बेशक ना प्रताप होवे जिस विचारे आरजा होद सोनी होए नवा खंडा विच जानिए नाल चलै सब कोए चंगा नाम रखाए कै जस कीर्त जग ले जे तिस नदर ना आपी ता बात ना पूछे जे ओदी नजर नहीं ना होई तेरे ते मालिक दी परमेश्वर दी। याद रखी तिन्हां लोकां विच तेरा प्रताप होवे तेरा जस होवे तेरी वडियाई होवे दुनिया आ लोक दी की तिन्हां लोकां दी दुनिया मगर हो जावे पर याद रखी जे तिस नजर ना आवे जे ओदी नजर ना होई तेरी किसे ने बात नहीं कुछ नहीं गज के काल दा तां सुभाई है राजा प्रजा सम कर मारै ऐसो काल बढ़ानी है। गुरमुखो यो बाबा फरीद साहब जी कहते ने जिवें ओ बगले नूं बाज पै गया इवें तेरे उत्ते भी दरिया संसार रूपी दरिया दे किनारे ते चोज करदे गए काल रूपी बाज ने झपट मारनी है गज के आखो सतनाम। केला बिसरियां सब कुछ भुल जाएगा चोज भुल जाएंगे जदों काल ने पंजा पाया जो मन चेतना ਜਿਹੜੀਆਂ याद नहीं आउणगीਆਂ तेरे ध्यान विच नहीं चिंतन विच नहीं आउणगीਆਂ जो मन चेतना सो गाली रब गीਆਂ ਉਹ ਤਨ ਮਨ ਦੀਆਂ ਮਨ ਵਿੱਚ ਰਹਿ ਗਈਆਂ ਹੋਣੀ ਨੇ ਵਿਛੋੜੇ ਬਾਦ भरोसा कोई नहीं जीवन का कहना विश्वास
ਪੁੱਛਦਾ ਕਿ ਤੂੰ ਕਹਿਣਾ ਚਾਹੁੰਦਾ ਕਿ ਨਹੀਂ ਕਹਿਣਾ ਚਾਹੁੰਦਾ ਗਾ ਜਿੱਥੇ ਉਸ ਨੂੰ ਬਣਾਉਣਾ ਮਾਲਕ ਦੀ ਮਰਜ਼ੀ ਤੇ ਉਸ ਨੂੰ ਢਾਉਣਾ ਵੀ ਮਾਲਕ ਦੀ ਮਰਜ਼ੀ। ਤੇਰਾ ਜਨਮ ਉਸ ਮਾਲਕ ਦੀ ਮੌਤ ਉਹਦੇ ਹੁਕਮ ਵਿੱਚ ਤੇ ਸਾਧ ਸੰਗਤ ਜੀ ਤੇਰਾ ਜਾਣਾ तेरे मकान का ढहना भी उस मालक की मर्जी में लिखे जो तुद भाव है साई भली तू सदा सलाम सदा वास्ते तो वो है क्योंकि जिहड़ा परमेश्वर है ना वो जन्म है ना वो मरे आपन चलत ਅਸੀਂ ਜਿਹੜੇ ਜੀਵ ਹਾਂ ਕਾਲ ਦੇ ਦਾਇਰੇ ਵਿੱਚ ਤੇ ਸਾਧ ਸੰਗਤ ਜੀ ਸਭ ਦਾ ਸਮਾਂ ਮਿਲਿਆ ਹੋਇਆ ਸਵਾਸ ਜਿਹੜੇ ਹੋਏ ਨੇ ਗਣ ਘਾਲੇ ਸਭ ਦਿਵਸ ਸਾਸ ਨੈ ਬਟਣ ਘਟਣ ਤਿਲ ਜਿੰਨੇ ਮਾਲਕ ਨੇ ਦਿੱਤੇ ਨੇ ਤਿਲ ਵਾਰ ਵੀ ਇੱਧਰ ਉੱਧਰ ਨਹੀਂ ਗਏ। ਮੌਤ ਬਾਰੇ ਮਹਾਂਪੁਰਖ कहते ते बड़े महापुरुष प्रार्थना महापुरुष कहते मौत तो डरन की लोड़ नहीं। किसी ने पूछा महाराज मौत तो सारा संसार डरदा मौत का पिछोड़ा जिहड़ा है हाँ दुख है वैसे तो कोई भी पिछोड़ा किते भी पवे जिथे पिछोड़ा उत्थे दुख है गाड़ी के विछोड़ा चाहे धी ब्याहनी होवे अपने हथी रिश्ता करता सारे घर करता पर जिसे विछड़ता चाहे वो थोड़े समय नहीं है कि दुख पैदा दिखे जिथे भी विछोड़ा उसे दुख आवे। हाँ जिहड़ी मौत की गल जन्म की गल जम्मण मरना बड़ा विछोड़ा से जग सवार सब तो बड़े विछोड़े पर एक मौत क्योंकि जेड़ा धी ब्याही हुई फिर आ जाती है संबत साह लिखिया मिलकर पावो तेल दे वो सजण असी जो होवे सही कर करे पहुंचा सदड़े ने तपवान न सदड़ हारा नाम से कहते भाई धी तां जेड़ी अज विछड़न लगी है उन्हें फिर भी कदे तेन आग के मिलता पर जेड़ा अज विछड़िया जिन्हें सरदार मलकीत सिंह जी ये विछोड़ा ये है कि ये जेड़े विछड़ गए ने कुछ दिन पहला ये दोबारे मलाप नहीं होना गई के सतनाम ये है ना कब्रां लंबत लंबियां उम्र कथ पे कब्रां बड़ियां लंबियां ऊपर कख पे घा जम पे कहते उधरों कोई नहीं पौड़िया इधरों इधरों बड़ी दुनिया जा रही है उपजै निपजै निपज समाई नैना देखत एह जग बड़ी दुनिया जा रही है उधरों कोई नहीं पौड़िया इधरों लख बड़ी जान की गिनती जाते देख रहे अखी देखते संसार तुरया जाता है कोई जग तुरया जावे Thank you.
संसार की हालत दसी भाई, ये सारा संसार तुरया जा रहा है। सो एक करके कहते रुत फिरी बण कंपिया पत झड़े चारे कोना ढूंढियां रहन किथां ना कोई रहन वाला, जेड़े पत्ते झड़ जाण वो किते भी चारे दिशावां विच चले जाण, पर कोई भी विनाश मती करके उन्होंने अंगीकार ते इसे तरह साडे जीवन का हिसाब, साडे जीवन की कहानी। सतगुरु जी कहते ने बहती जात कदे दृष्ट ना पा, शुरू च बचन किया कहते बंदा अपनी जिंदगी जिहड़ी बीतदी जाती है ਉਹਦੇ ਕਿਤੇ ਦ੍ਰਿਸ਼ਟੀ ਨਹੀਂ ਪਾਉਂਦਾ, ਮਿੱਥਿਆ ਮੋਹ ਬੰਦਾ ਬਿੰਦ ਪਾਰਚ, ਕਹਿੰਦੇ ਭਾਈ ਕਿਤੇ ਹੋਰੇ ਪਾਸੇ ਲੱਗਿਆ ਹੋਰੇ ਪਾਸੇ ਪਰਚਿਆ। ਇਸ ਕਰਕੇ ਜੇ ਜੀਵਨ ਸਫਲ ਕਰਨਾ ਕਹਿੰਦੇ ਆਪਣੀ ਤੁਰੀ ਜਾਂਦੀ ਜ਼ਿੰਦਗੀ ਨੂੰ ਜ਼ਰੂਰ ਤੱਕ ਲੈਗਾ ਜਿੱਥੇ ਆਪ ਤੋਂ ਸਾਡਾ ਆਓ ਥੋੜਾ ਸਮਾਂ ਮੈਂ ਉਹਦੇ ਵਿੱਚ शास्त्र जी अदम बादशाह हो गया, कहते कोई ख्याल नहीं सी बंदगी वाल ਇਹਦਾ ਸੁਭਾਅ ਸੀਗਾ अपनी सेजा उत्ते रोज फुल्लां नूं सजाउंदा, ਇਹਦਾ माली सेजा तैयार कर बड़ी सुंदर सेजा सौण वास्ते बड़ी एक दासी विचारी घर की सफाई करती, मन च ख्याल आया मना ये जिहड़ी सेजा जिहदे बादशाह रोज सौंदा है, चंगे सनती वाले फुल्लां नाल सेजा रोज सजाई जाती है, ये ते पैण दा सुख की होवेगा जिथे उन्ना बनया भी कोई पास नहीं केड़ा कोई देखदा है, एक पल दे पै के देखिए ते सही ਇਹਦਾ ਸੁੱਖ ਕੀ ਤੇ ਸਾਸਨ ਦੀ ਸੇਜਾ ਤੇ ਪੈਰ ਵੀ ਨੇਤਰ ਬੰਦ ਕੀਤੇ। ਜਿਹੜੇ ਸਰੀਰਕ ਮਿਹਨਤ ਕਰਦੇ ਨੇ ਲੋਕ ਸਰੀਰ ਥੱਕਿਆ ਤੇ ਸਾਸਨ ਜੀ ਉਹ ਵੀ ਜਿਹੜੇ ਦਿਮਾਗੀ ਮਿਹਨਤ ਕਰਦੇ ਨੇ ਉਹ ਵੀ ਤੇ ਸਾਸਨ ਜੀ जिवें विद्या पढ़नी पढ़ानी वो दिमागी तौर पर थक जाते हैं, शरीरक मेहनत वाले शरीरक तौर पर थक जाते हैं, ਉਹਦੇ ਲਈ ਆਰਾम जरूरी है। कहते थकिया शरीर सी ते निंदरा घड़ी अद्धी घड़ी ਉਹਦੇ ਤੇ ਪੈਣਾ ਕੀਤਾ भाव 12 मिनट ला लो, जे घड़ी पई है तो 24 मिनट ला लो, कहते राम कीता ते पता नहीं लगे, बादशाह आ गया नौकर नूं अपनी सेजा ते पे क्रोध आ गया मन विच ते वख-वख लिखिया। चलो महापुरखां ने लिखिया टीके दे अंदर गुरबाख चानण दे अंदर भी बैंत पकड़ ली ओदे नाल उस गोली नूं मारिया बादशाह। सेजा तेरे वास्ते नहीं फिर मेरे वास्ते, मेरी सेजा ते नौकर के मिलता है। कहते जब मार पई रोई बड़ी, पर मार पैंदियां विच खिड़ करके हसीगा लिखे आपको सतनाम। बादशाह हैरान कहता तेरे मार पई है क्योंकि तां रो रही है, रोना तेरा वजन पर मार पैंदी तो विच खिड़ करके हसना ਇਹਦਾ ਕਾਰਨ ਕੀ ਹੈ? ਕਹਿੰਦੀ ਬਾਦਸ਼ਾਹ ਸੱਚ ਕੌੜਾ ਹੈ, सच दवाई है गुरु को, सच सबना होए दारू, पाप कटे धोए धोए। कहती बादशाह सच कौड़ा हुंदा है, सुन नहीं पाएगा जे मैं सच कह दिता ते मेरे ते मार होर पवेगी गा लिखिया। बादशाह कहता नहीं दस मैनू। कहती बादशाह फिर वादा कर, मारे
ਤੇ ਹੱਸਣ ਦਾ ਕਾਰਨ ਇਹ ਹੈ ਕਿ ਆ ਸੇਜਾ ਦੇ ਉੱਤੇ ਅੱਜ ਮੈਂ ਅੱਧੀ ਘੜੀ ਜਾਂ ਇੱਕ ਘੜੀ ਪਈ ਮੇਰੇ ਇੰਨੀ ਮਾਰ ਪੈ ਗਈ। ਜਿਹੜਾ ਰੋਜ਼ ਇਸ ਸੇਜਾ ਤੇ ਪਿਆ ਰਹਿੰਦਾ ਉਹਦਾ ਕੀ ਬਣੇਗਾ ਗਾ ਜਿੱਥੇ ਆਪ ਸਤਨਾਮ ਉਹਦਾ ਰੋਜ਼ ਹੀ ਇਸ ਸੇਜਾ ਤੇ ਸੌਣਾ ਹੈ ਤੇ ਤੇਰੇ ਕਿੰਨੀ ਕੁ ਮਾਰ ਪਵੇਗੀ। ਸੱਚ ਹੈ ਤਾਂ ਹੀ ਕਹਿੰਦੇ ਨੇ ਸੱਚ ਬੋਲੋ। ਸੱਚ ਵਾਸਤੇ ਸੂਰਮਿਆਂ ਦੇ ਸਿਰ ਲਹਾ ਪੁੱਛੇ ਤੇ ਸੱਚ ਦਾ ਅਸਰ ਹੁੰਦਾ ਹੈ। ਬਾਦਸ਼ਾਹ ਤੇ ਇਹੋ ਜਿਹਾ ਅਸਰ ਹੋਇਆ ਜ਼ਿੰਦਗੀ ਬਦਲ ਗਈ ਗਾ ਜਿੱਥੇ ਆਖੋ ਸਤਨਾਮ। ਰਾਜ ਭਾਗ ਛੱਡ ਦਿੱਤਾ ਤੇ ਫਕੀਰ ਬਣ ਗਿਆ। ਪੁੱਤਰ ਨੂੰ ਰਾਜ ਭਾਗ ਦੇ ਦਿੱਤਾ। ਕਿਉਂ? ਪਤਾ ਲੱਗ ਗਿਆ ਕਿ ਜੇ ਇਹ ਬਾਅਦ ਕਿਸੇ ਦੇ ਪੈਣ ਨਾਲ ਸੇਜਾ ਤੇ ਕਿਸੇ ਨੂੰ ਦੁੱਖ ਮਿਲਦਾ ਹੈ ਤੇ ਤੈਨੂੰ ਵੀ ਸੁੱਖ ਨਹੀਂ ਮਿਲੇਗਾ। ਵਾਕਈ ਉਹਦੇ ਨਾਮ ਤੋਂ ਬਿਨਾਂ ਸੁੱਖ ਨਹੀਂ ਹੈ। ਸਭ ਦੁੱਖ ਰੂਪ ਹੈ। ਸੰਸਾਰ ਦੇ ਹਰ ਸੁੱਖ ਵਿੱਚ ਦੁੱਖ ਹੈ। ਤੇ ਸਾਧ ਸੰਗਤ ਜੀ ਜੀਵਨ ਸੁਖੀ ਹੋ ਸਕਦਾ ਹੈ। ਸੱਚ ਜਾਣਿਓ ਮੌਤ ਇਹਦੇ ਵਿੱਚ ਮੌਤ ਰੂਪੀ ਦੁੱਖ ਆਉਣਾ ਹੀ ਆਉਣਾ ਹੈ। ਇੱਕ ਦਿਨ ਗੱਜ ਕੇ ਆਖੋ ਸਤਨਾਮ। ਕਿਉਂਕਿ ਸਭ ਨਾਲ ਮਰਨਾ ਆਇਆ ਵਿਛੋੜਾ ਸਭ ਨਾਲ ਪੁੱਛੋ ਜਾਏ ਸਿਆਣ ਆਖਿਆ। ਤੇ ਸਾਧ ਸੰਗਤ ਜੀ ਕਹਿੰਦੇ ਬਾਦਸ਼ਾਹ ਨੇ ਘਰ ਛੱਡਿਆ, ਸਰਾਣਾ ਚੁੱਕ ਲਿਆ, ਦਾਤਣ ਲੈ ਲਈ, ਲੋਟਾ ਲੈ ਲਿਆ। ਚਲੋ ਸੇਜਾ ਤਾਂ ਨਹੀਂ ਕਦੇ ਆਰਾਮ ਕਰਾਂਗੇ। ਪਰ ਇੱਕ ਫਕੀਰ ਨੂੰ ਜਦੋਂ ਤੱਕਿਆ ਨਾ ਬਾਂਹ ਦਾ ਸਹਾਰਾ ਦੇ ਕੇ ਸਰਾਣਾ ਬਣਿਆ ਤੇ ਸਰਾਣਾ ਵੀ ਕਿਸੇ ਨੂੰ ਦੇ ਦਿੱਤਾ। ਫਿਰ ਕਿਸੇ ਫਕੀਰ ਨੂੰ ਤੱਕਿਆ, ਉਂਗਲਾਂ ਨਾਲ ਮੁੱਖ ਸਾਫ਼ ਕਰਦੇ, ਦਾਤਣ ਵੀ ਰੱਖ ਦਿੱਤੀ। ਤੇ ਫਿਰ ਸਾਧ ਸੰਗਤ ਜੀ ਕਿਸੇ ਨੂੰ ਬੁੱਕ ਨਾਲ ਫਕੀਰ ਨੂੰ ਪਾਣੀ ਪੀਂਦਿਆਂ ਦੇਖਿਆ ਤੇ ਲੋਟਾ ਵੀ ਛੱਡ ਦਿੱਤਾ। ਤੇ ਫਿਰ ਇੱਕ ਨਦੀ ਦੇ ਕਿਨਾਰੇ ਤੇ ਜਾ ਕੇ ਉਹਨੇ ਜਪ ਤਪ ਕੀਤਾ ਗੱਜ ਕੇ ਆਖੋ ਸਤਨਾਮ। ਇਸ ਮੁਰਾਤਬੇ ਤੱਕ ਪੁੱਜਿਆ ਕਿ ਪਸ਼ੂ ਪੰਛੀ ਵੀ ਉਹਦਾ ਸ਼ੁਕਰਾਨਾ ਕਰਦੇ ਸਨ ਤੇ ਉਹਦਾ ਹੁਕਮ ਮੰਨਦੇ ਸਨ। ਤੇ ਉਹਦਾ ਹੁਕਮ ਜਲ ਜੰਤੂਆਂ ਜੀਵ ਜੰਤਾਂ ਤੇ ਜਿਹੜੇ ਜਲ ਵਿੱਚ ਰਹਿੰਦੇ ਉਹਨਾਂ ਤੇ ਵੀ ਚੱਲਦਾ ਸੀ। ਸਿਮਰਨ ਦੀ ਤਾਕਤ ਪਰ ਸੱਚਾਈ ਸਭਨਾ ਮਰਨਾ ਆਇਆ ਵਿਛੋੜਾ। ਬੰਦਾ ਕਾਹਦੇ ਵਾਸਤੇ ਆਇਆ? ਨਾਮ ਜਪਣ ਲਈ ਆਇਆ। ਪਰ ਅਰਜ ਨੇ ਨਾ ਸਭ ਕਾਹਦੇ ਵਿੱਚ? ਉਹ ਬੰਦਾ ਨਾਮ ਜਪਣ ਲਈ ਆਇਆ। ਮਾਇਆ ਮੇਰਾ जिन्हां दी किरपा द्वारा कुछ विचारा दी स्थान आप जी दे नाल पाई है। सरदार मलकीत सिंह जी जिन्हां दी रिश्तेदारी नगर हिमायत विखे है भाई बहाल सिंह जी
ਚਰਨਾਂ ਦੀ ਪ੍ਰੀਤ ਤੇ ਪ੍ਰਤੀਤ ਬਖਸ਼ਣ ਸਤਿਗੁਰ ਸੱਚੇ ਪਾਤਸ਼ਾਹ। ਆਓ ਸਾਰੇ ਨਾਮ ਜਪੋ, ਗੁਰੂ ਵਾਲੇ ਪੜੋ, ਜੀਵਨ ਦਾ ਕੋਈ ਭਰੋਸਾ ਨਹੀਂ। ਪੀਵੋ ਪਾਓ ਪਾਉ ਖੰਡ ਧਾਰ ਹੋਏ, ਜਦ ਵਿਸ਼ਦਾ ਸਾਰੇ ਪ੍ਰੇਮ ਸਹਿਤ ਆਨੰਦ ਸਹਿਤ ਪੜੋ। ਵਾਹਿਗੁਰੂ ਜੀ ਰਾਮ ਕਲੀ ਮਹਲਾ ਤੀਜਾ ਨੰਦ ਗੁਰੂ ਨਾਮ ਪ੍ਰਸਾਦ ਅਨੰਦ ਪਿਆ ਮੇਰੇ ਭਾਏ।
ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਟ ਬ੍ਰਹਮੰਡਾਂ ਦੇ ਮਾਲਕ ਸ਼ਬਦ ਗੁਰੂ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਗੀ ਹੈ ਜੀ। ਮੈਂ ਬੋਲਿਆ ਸਭ ਕੁਝ ਜਾਣਦਾ ਕਿਛ ਆਗੇ ਕੀਤੇ ਅਰਦਾਸ। ਆਪ ਜੀ ਦਾ ਮੁੱਖ ਵਾਕ ਹੈ ਜੀ, ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹੇ, ਘੱਲਿਆ ਵੈ ਨਾਨਕਾ ਸੱਜੇ ਉੱਠੀ ਜਾਹੇ। ਜੰਮਣ ਵਾਲਾ ਹੁਕਮ ਹੈ, ਭਾਣੇ ਆਵੇ ਜਾਏ। ਦੇ ਮਹਾਂਵਾਕਾਂ ਅਨੁਸਾਰ ਆਪ ਜੀ ਦਰ ਕਰਦੇ ਸੇਵਕ ਨੰਬਰਦਾਰ ਸਰਦਾਰ ਮਲਕੀਤ ਸਿੰਘ ਮਹਾਰਾਜ ਜੀ ਜਿੰਨੀ ਆਪ ਜੀ ਨੇ ਸਵਾਸਾਂ ਨੂੰ ਪੂੰਜੀ ਬਖਸ਼ੀ ਸੀ, ਉਸ ਨੂੰ ਭੋਗਦੇ ਹੋਏ ਪਿਛਲੇ ਦਿਨੀ ਅਕਾਲ ਚਲਾਣਾ ਕਰਕੇ ਸਾਨੂੰ ਦੀ ਆਤਮਿਕ ਸ਼ਾਂਤੀ ਵਾਸਤੇ ਸਮੂਹ ਪਰਿਵਾਰ ਵੱਲੋਂ ਤੁਰਕੀ ਬਾਣੀ ਇਲਾਹੀ ਬਾਣੀ ਦੇ ਸ੍ਰੀ ਸਹਿਜ ਪਾਠ ਆਪਣੇ ਗ੍ਰਹਿ ਵਿਖੇ ਪ੍ਰਾਰੰਭ ਕਰਵਾਏ ਸਨ, ਜਿਨ੍ਹਾਂ ਦੇ ਆਪਣੇ ਭੋਗ ਪਾਏ ਗਏ। ਭੋਗਾਂ ਤੋਂ ਉਪਰੰਤ ਇਸ ਵੇਲੇ ਗੁਰੂ ਘਰ ਵਿਖੇ ਕਾਲਜੁਗ ਮੈਂ ਕੀਰਤਨ ਪ੍ਰਧਾਨਾ ਗੁਰੂ ਜਪੀਏ ਲਾਏ ਧਿਆਨਾਂ ਦੇ ਮਹਾਂਵਾਕਾਂ ਅਨੁਸਾਰ ਵੀ ਬਾਣੀ ਦੇ ਸ਼ਬਦ ਕੀਰਤਨ ਹੋਏ, ਕਥਾ ਵਿਚਾਰਾ ਹੋ ਜਾਏ। ਗੁਰਬਾਣੀ ਪੜ੍ਹਦੇ ਆ, ਕਥਾ ਵਿਚਾਰਾ ਕਰਦੇ ਆ, ਪਾਪ ਪੁੱਤਰ ਗੁਰੂ ਵਿੱਚ ਆਉਂਦੇ ਜਾਂਦੇ ਕੋ ਅਨੇਕ ਤਰ੍ਹਾਂ ਗਲਤੀਆਂ ਭਗਵੰਤੀ ਬਖਸ਼ਣਾ ਆਪ ਤੋਂ ਬਖਸ਼ ਲੈਣਾ। ਬੜੀ ਸੋਹਣੀ ਬਾਣੀ ਸੇਵਾ ਦਾ ਮਹੱਤਵ ਮਿਸ਼ਰੀ ਆਪ ਨੂੰ ਬਖਸ਼ਣਾ, ਆਪਣੇ ਚਰਨਾਂ ਕਮਲਾਂ ਚ ਵਾਸ ਬਖਸ਼ਣਾ, ਕਿਸੇ ਪਰਿਵਾਰ ਨੂੰ ਸਭ ਨੂੰ ਭਾਣਾ ਬੰਦਾ ਬਖਸ਼ਣਾ। ਜੋ ਵੀ ਪਰਿਵਾਰ ਨੇ ਉਹਨਾਂ ਦੇ ਨਿਰੰਤਰ ਮਹਾਰਾਜ ਦੀ ਸੇਵਾ ਕੀਤੀ ਹੈ, ਸੇਵਾ ਦਾ ਮਹੱਤਵ ਮਿਸ਼ਰੀ ਆਪ ਨੂੰ ਬਖਸ਼ਣਾ। ਇਸ ਵੇਲੇ ਆਪ ਦੀ ਬਖਸ਼ੀਆਂ ਦਾਤਾਂ ਵਿੱਚੋਂ ਤਿਹਾਵਲ ਕੜਾ ਪ੍ਰਸਾਦ ਦੇਖ ਸਜ ਕੇ ਤਿਆਰ ਹੈ ਜੀ। ਆਪ ਜੀ ਦਾ ਮੁੱਖ ਵਾਕ ਹੈ ਜੀ, ਅਨੰਤ ਪ੍ਰਕਾਰ ਭੋਜਨ ਭੋਗੀਏ ਬਹੁ ਵਿਧਿ ਵਿਸਤਾਰੇ, ਕਈ ਪਾਕ ਸਰ ਸੋਚ ਪਵਿੱਤਰਾ ਥੋੜਾ ਲਾਵੋ ਭੋਗ ਹਰ ਰਾਏ। ਮਹਾਰਾਜ ਜੀ ਆਪ ਭੋਗ ਲਾਵੋ, ਆਪ ਜੀ ਦਾ ਸੀਤ ਪ੍ਰਸਾਦ ਸਤ ਸੰਗਤ ਦੇ ਰਸਮੀ ਲਾਇ ਭੋਗ ਜੋਜੀ ਛਕੇ। ਸਵਾਸ ਸਵਾਸ ਆਪ ਜੀ ਦਾ ਨਾਮ ਜਪੇ, ਦਾਈ ਸਾਧ ਸੰਗਤ ਦੀ ਰਾਜ ਦਰ ਪ੍ਰਵਾਨ ਕਰਕੇ ਸੰਗਤਾਂ ਦਾ ਬਿਲਕੁਲ ਭੇਟਾ ਕੀਤਾ ਦਰ ਪ੍ਰਵਾਨ ਕਰਨਾ। ਹੋਣੇ ਭੁੱਲਾਂ ਦੀ ਸੇਵਾ ਕਰੋ, ਅੱਗੇ ਵਾਸਤੇ ਸਮਰਥ ਬਖਸ਼ੋ, ਕਰੋ ਕਿਰਪਾ ਦਰਗਾਹੀ ਇਲਾਹੀ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਪ੍ਰਤਾਪਿਤ ਕਰੋ। ਹੁਕਮਨਾਮੇ ਚੱਲਣ ਦੀ ਬਸ ਸਮਰੱਥਾ ਬਖਸ਼ੋ। ਜੋ ਜੀ ਆਪ ਦੇ ਦਰ ਤੇ ਆਵੇ ਸੁਰਾਦੀ ਜਾਵੇ। ਸਿੱਖ ਪੜ੍ਹਦੇ ਸੁਣਦੇ ਸੁਰਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸੁਰਤ ਦਾ। ਦੋਹਰਾ ਆਗਿਆ ਭਈ ਅਕਾਲ ਕੀ ਸਭੇ ਚਲਾਇਓ, ਸਭ ਸਿੱਖਰ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ। ਜੋ ਪ੍ਰਭੂ ਗੋਬਿੰਦ ਬੋਝ ਹੈ, ਯਾਦ ਕਰੇਗਾ ਖਾਲਸਾ, ਵਾਰ ਹੋਈ ਸਾ ਮਿਲੇਗੀ। ਵਾਹਿਗੁਰੂ ਨਾਮ ਜਹਾਜ ਹੈ, ਜੋ ਸ਼ਬਦ ਕਰ ਸੇ ਮੰਦੇ ਹੋਇਆ। ਵਾਹਿਗੁਰੂ ਨਾਮ ਜਹਾਜ ਹੈ, ਜਿਹੜੇ ਸੋਤਰੇ ਜੋ ਸ਼ਬਦ ਕਰ ਸੇ ਮੰਦੇ ਹੋਇਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਿੰਤਾ ਤਾਕੀ ਕੀਜੀਐ, ਜੋ ਅਨਹੋਣੀ ਹੋਏ। ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਏ। ਕਿਆ ਜਾਣਾ ਕਿ ਮਹ ਕੇ ਕੈਸਾ ਮਰਨਾ ਹੋਏ। ਜੇਕਰ ਸਾਹਿਬ ਮਨ ਹੋ ਨਾ ਵਿਸਰੈ, ਤਾਂ ਸਹਿਲ ਮਰਨਾ ਹੋਏ। ਕਬੀਰ ਮਾਨਸ ਜਨਮ ਤੋਂ ਲੰਘ ਹੈ, ਹੋਏ ਨ ਬਾਰੈ ਬਾਰ। ਜਿਉ ਬਨ ਫਲ ਪਾਕੇ ਧੋਏ ਗਿਰਹਿ, ਬਹੁਰ ਨ ਲੱਗੈ ਡਾਰ। ਵਾਹਿਗੁਰੂ ਜੀ ਸੂਹੀ ਮਹਲਾ ਪੰਜਵਾ। ਧਨ ਸੁਹਾਗਨ ਜੋ ਪ੍ਰਭੂ ਪਛਾਨੈ, ਮਾਨੈ ਹੁਕਮ ਤਜੈ ਅਪਮਾਨੈ।
सुहागन जो प्रभु बशान मानै हुकम तजै अभिमान प्रैस राती रलिया मन सुन सकिए प्रभ मिलन निशानी मन तन अरप तज लाज लुकानी रहाओ सखी सहेली को समझावे सोई कमावे जो प्रभ भावे सास सुहागण अंग समावे गर्भ बेहेली नहर न पावे फिर पछतावे जब रहन बिहावे कर्महीन मन दुख दुख पावे बिनो करी जे जाना दूर प्रभ अविनाशी रहे भरपूर जन नानक गावे देख दूर बिनो करी जे जाना दूर प्रभ अविनाशी रहे भरपूर जन नानक गावे देख दूर वाहिगुरु जी का खालसा वाहिगुरु जी की फतेह। ਕਰੋੜਾਂ ਖੰਡਾਂ ਬ੍ਰਹਮੰਡਾਂ ਦੇ ਮਾਲਕ ਸਤਿਗੁਰੂ ਗੁਰੂ ਵੱਡਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਵਲਾ ਪਵਿੱਤਰ ਬੋਲ ਦੇ ਅੰਦਰ ਭਾਈ ਫਕੀਰ ਸਿੰਘ ਜੀ ਨੰਬਰਦਾਰ ਇਹਨਾਂ ਦੀ ਯਾਦ ਅੰਦਰ ਜੁੜ ਕੇ ਬੈਠੇ ਗੁਰੂ ਘਰ ਦਾ ਸਤਿਗੁਰੂ ਜੀ ਸਨੇਹ ਅਤੇ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ अति सत्कारियों महापुरुष बाबा जी बाबा मेजर सिंह साहिब जी आज भैड़िया वाले महापुरुषों का स्वागत किया है सतगुरु जी के प्यार से जिसके बचना श्रवण किया है बहुत प्यारा और मेलाप भी महापुरुषों ने कीर्तन नाम संतान श्रवण करवाया मुझे परिवार वालों गुरुद्वारा प्रबंधक कमेटी वालों महापुरुषों ने इतने आने से बहुत बहुत जी आया धन्यवाद आपने ने समूह संतान ने दर्शन किए और दर्शन कोशिश की सो भाई फकीर सिंह जी की शख्सियत को आप सारे परिवार जानू ही हो जिन्ना भी समाज संसार में उन्होंने बताया बेलाल की सतगुरां की कृपा सदका महाराज जी ने उन्होंने कोशिश की मेरे नालों से बेहतर ही आप उन्होंने जानते हो सो इस करके बहुत कुछ भी उन्होंने बाबत में आप नहीं सकता और जिन्ना समा उन्होंने नाल अपन गुजारन का समा मिलिया हर किसी को प्रेम प्यार सत्कार से मिलना और समूचे तौर पर जिन्ना समा पिछली जिंदगी 4-5 साल भी उन्होंने बीती उन्होंने समा रोज सतगुरु जी के दर्शन करने गुरबाणी का पाठ करना गुरु घर दी विचारा जो कदे मिलना कुछ ना कुछ सुनते सुनते सो आप सारे संगतां का परिवार वालों गुरुद्वारा प्रबंधक कमेटी वालों बहुत बहुत धन्यवाद है आपकी दुख में शरीक हुए हो आप संगतां का बेनती है कि आप जी ने थोड़े समय तो बाद समाप्ति हो जाएगी फिर आप जी ने लंगर प्रसादा पानी जो भी आपकी संगतां की सेवा वास्ते परिवार ने तैयार किया है आप जी ने छके जाना जी परिवार वालों पिंड दीआं समूह धार्मिक जो संस्थावां ने और समाजिक संस्थावां ने उन्होंने भेटा किया गया है गुरुद्वारा भाई
मुख्यपति गुरुद्वारा श्री कलगीधर साहिब जिथे आप बैठे हो, इस गुरुद्वारा साहिब के वास्ते, शमशान घाट वास्ते, प्राइमरी स्कूल वास्ते, गुरुद्वारा धर्मशाला साहिब अंदर गुरु घर वास्ते, डेरे वाले बौलिया सिंह के गुरुद्वारे वास्ते, बाबा जीवन सिंह जी के स्थान वास्ते, भूआस्तुति वास्ते और हाई स्कूल वास्ते इन्हां धार्मिक और समाजिक संस्थावां नूं परिवार वालों जो भी भेटा किया गया है। आप जी ने जिन्हें जिन्हें भी कोई पतवंते सिंह अहदेदार इन्हां स्थानां तो संस्थावां तो आए ने, आप जी ने देख वर्तन तो बाद भाई जसविंदर सिंह जी जो इसको प्रबंधक ने गुरुद्वारा साहिब के उन्हां तो आप जी ने अपने अपनी बेटावां प्राप्त कर लेणियां दी हुईयां सर्वत भुलां दी आप जी ने क्षमा कर देनी। आप जी ने प्रेम दिखाया, परिवार के दुख शरीक होए हो, बहुत बहुत आप जी का धन्यवाद। बड़ा सारी देव बताई जाएगी, देव लैण तो बाद प्रसादा पानी आप जी छक के जाना। आप जी की सेवा में दुनिया सर्वत भुलां दी क्षमा करने की प्रतिष्ठा करिए। वाहिगुरू जी का खालसा, वाहिगुरू